ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡੀਅਰ ਸਟੂਡੈਂਟਸ, ਵੀ ਆਰ ਡੂਇੰਗ ਵੈਰੀ important topic in our syllabus. The topic is tenses. We have discussed about two forms of tenses, present tense and past tense. Today we will do or learn about future tense. ਤਾਂ ਬੇਟੇ ਫਿਊਚਰ ਟੈਂਸ ਕੀ ਹੈ? ਭਵਿੱਖ ਹੁੰਦਾ ਆਉਣ ਵਾਲਾ ਸਮਾਂ, ਭਵਿੱਖ ਕਾਲ। ਫਿਊਚਰ ਹੁੰਦਾ ਹੈ ਭਵਿੱਖ, ਔਰ ਜਿਹੜਾ ਟੈਂਸ ਹੁੰਦਾ ਕਾਲ। ਤਾਂ ਇਹਦੇ ਵਿੱਚ ਬੇਟੇ ਆਪਾਂ ਸਭ ਤੋਂ ਗੱਲ ਕਰਦੇ ਹਾਂ ਸਿੰਪਲ ਫਿਊਚਰ ਟੈਂਸ ਜਾਂ ਫਿਊਚਰ ਇਨਡੈਫੀਨਿਟ ਟੈਂਸ ਦੀ। ਤਾਂ ਸਬਜੈਕਟ ਆਏਗਾ, ਵਿਲ ਸ਼ੈਲ ਆਏਗਾ, ਵਰਬ ਦੀ ਪਹਿਲੀ ਫਾਰਮ ਆਏਗੀ, ਓਬਜੈਕਟ ਆਏਗਾ। ਤਾਂ ਇਹਦੀ ਪਹਿਚਾਣ ਬੇਟੇ ਕੀ ਹੈ? ਮੈਂ ਸਕੂਲ ਜਾਵਾਂਗਾ, ਤਾਂ ਵਾਕ ਦੇ ਅੰਤ ਵਿੱਚ ਗਾ, ਗੇ, ਗੀ ਆਦਿ ਲੱਗਾ ਹੁੰਦਾ ਹੈ। ਤਾਂ ਆਪਾਂ ਆਓ ਇਹ ਟੈਂਸ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਇਹਦੀ ਫਾਰਮ ਹੈ ਅਫਰਮੇਟਿਵ ਸੈਂਟੈਂਸਸ, ਨੈਗੇਟਿਵ, ਇੰਟੈਰੋਗੇਟਿਵ। ਰਵੀ ਵਿਲ ਪਲੇ, ਤਾਂ ਕੀ ਹੈ? ਰਵੀ ਖੇਡੇਗਾ, ਮਗਰ ਕੀ ਆ ਗਿਆ? ਗਾ। ਰਵੀ ਵਿਲ ਨੋਟ ਪਲੇ, ਰਵੀ ਨਹੀਂ ਖੇਡੇਗਾ। ਵਿਲ ਰਵੀ ਪਲੇ, ਕੀ ਰਵੀ ਖੇਡੇਗਾ? ਵਿਲ ਰਵੀ ਨੋਟ ਪਲੇਡ, ਕੀ ਰਵੀ ਨਹੀਂ ਖੇਡੇਗਾ। ਤਾਂ ਬੇਟੇ ਇਹਨੂੰ ਯਾਦ ਰੱਖਣਾ ਤੁਸੀਂ, ਜਿਹੜਾ ਕੀ ਹੈ ਆਈ ਔਰ ਵੀ, ਇਹਦੇ ਨਾਲ ਸਿਰਫ ਕੀ ਲੈਣਾ ਹੈ ਆਪਾਂ? ਸ਼ੈਲ। ਬਾਕੀ ਸਾਰਿਆਂ ਨਾਲ ਆਪਾਂ ਕੀ ਹੈ? ਵਿਲ ਲਗਾਉਣਾ ਹੈ। ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਹਾਂਜੀ, ਇਹਦਾ ਜਿਹੜਾ ਦੂਸਰੀ ਸਬ ਡਿਵੀਜ਼ਨ ਸੀ ਫਿਊਚਰ ਕੰਟੀਨਿਊਸ ਟੈਂਸ। ਰਵੀ ਖੇਡ ਰਿਹਾ ਹੋਵੇਗਾ, ਮਗਰ ਵਾਕ ਦੇ ਅੰਤ ਵਿੱਚ ਰਿਹਾ ਹੋਵੇਗਾ ਆਵੇਗਾ। ਇਹਦੇ ਵਿੱਚ ਆਪਾਂ ਸੇਮ ਸਬਜੈਕਟ ਵਿਲ ਸ਼ੈਲ, ਤਾਂ ਵਿਲ ਸ਼ੈਲ ਦੇ ਨਾਲ ਆਪਾਂ ਬੀ ਲਗਾਵਾਂਗੇ ਔਰ ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈ ਐਨ ਜੀ ਲਗਾਵਾਂਗੇ। ਇਹ ਤੁਸੀਂ ਧਿਆਨ ਰੱਖਣਾ ਸਾਰਿਆਂ ਨੇ, ਓਬਜੈਕਟ ਹੈ। ਤਾਂ ਆਓ ਆਪਾਂ ਇਹ ਕਰਦੇ ਹਾਂ ਇਹਦੀਆਂ ਫਾਰਮਸ। ਅਫਰਮੇਟਿਵ, ਨੈਗੇਟਿਵ, ਇੰਟੈਰੋਗੇਟਿਵ। ਆਈ ਵਿਲ ਬੀ ਪਲੇਇੰਗ, ਮੈਂ ਖੇਡ ਰਿਹਾ ਹੋਵਾਂਗਾ। ਆਈ ਵਿਲ ਨੋਟ ਬੀ ਪਲੇਇੰਗ, ਮੈਂ ਨਹੀਂ ਖੇਡ ਰਿਹਾ ਹੋਵਾਂਗਾ। ਸ਼ੈਲ ਆਈ ਬੀ ਪਲੇਇੰਗ, ਕੀ ਮੈਂ ਖੇਡ ਰਿਹਾ ਹੋਵਾਂਗਾ। ਤਾਂ ਸ਼ੈਲ ਆਈ ਨੋਟ ਬੀ ਪਲੇਇੰਗ, ਕੀ ਮੈਂ ਨਹੀਂ ਖੇਡ ਰਿਹਾ ਹੋਵਾਂਗਾ। ਤਾਂ ਬੇਟੇ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਰੀਸੈਂਟ ਟਾਈਮਸ ਦੇ ਵਿੱਚ ਆਪਾਂ ਆਈ ਦੇ ਨਾਲ ਵਿਲ ਦੀ ਵਰਤੋਂ ਕੀਤੀ ਹੈ, ਇੱਥੇ ਆਪਾਂ ਆਈ ਦੇ ਨਾਲ ਸ਼ੈਲ ਦੀ ਵਰਤੋਂ ਕੀਤੀ ਹੈ। ਜੇ ਤੁਸੀਂ ਆਈ ਦੇ ਨਾਲ ਵਿਲ ਵੀ ਲਗਾਓਗੇ ਤਾਂ ਇਹ ਕੀ ਹੈ? ਮੈਂ ਖੇਡ ਰਿਹਾ ਹੋਵਾਂਗਾ, ਮਤਲਬ ਕਿ ਤੁਸੀਂ 100% ਸ਼ੋਰ ਹੋ ਕਿ ਤੁਸੀਂ ਉਹ ਕੰਮ ਕਰੋਗੇ। ਠੀਕ ਹੈ ਬੇਟੇ। ਜੇ ਸ਼ੈਲ ਦੀ ਵਰਤੋਂ ਕਰਦੇ ਆ ਤਾਂ ਜਿਹੜੀ ਉਹ ਤੁਹਾਡੀ ਸ਼ੋਰਟੀ ਹੈ ਉਹ ਘੱਟ ਕੇ 80% ਰਹਿ ਜਾਂਦੀ ਹੈ। ਤਾਂ ਵਰਤੋਂ ਤੁਸੀਂ ਆਈ ਦੇ ਨਾਲ ਵਿਲ ਔਰ ਸ਼ੈਲ ਦੋਨਾਂ ਦੀ ਕਰ ਸਕਦੇ ਹੋ, ਪਰ ਇਹ ਡਿਪੈਂਡ ਕਰਦਾ ਹੈ। ਜ਼ਿਆਦਾਤਰ ਜਿਹੜੀ ਆਈ ਦੇ ਨਾਲ ਆਪਾਂ ਸ਼ੈਲ ਦੀ ਵਰਤੋਂ ਕਰਦੇ ਹਾਂ, ਪਰ ਹੁਣ ਜਿਹੜੇ ਵਿਦਵਾਨ ਨੇ, ਸਕੋਲਰ ਨੇ, ਉਹ ਕੀ ਹੈ ਆਈ ਦੇ ਨਾਲ ਵਿਲ ਦਾ ਪ੍ਰਯੋਗ ਕਰਨਾ ਵੀ ਸ਼ੁਰੂ ਨਾ ਕਰ ਦਿੱਤਾ ਹੈ। ਅੱਗੇ ਦੇਖੋ ਫਿਊਚਰ ਪਰਫੈਕਟ ਟੈਂਸ। ਤਾਂ ਸੇਮ ਬੇਟੇ ਸਬਜੈਕਟ ਹੈ, ਵਿਲ ਸ਼ੈਲ ਆਏਗਾ, ਹੈਵ ਵਰਬ ਤੀਜੀ ਫਾਰਮ, ਓਬਜੈਕਟ ਆਏਗਾ। ਸ਼ੈਲ ਔਰ ਵਿਲ ਦੇ ਨਾਲ ਹੈਵ ਲਗਾਇਆ ਔਰ ਵਰਬ ਦੀ ਤੀਜੀ ਫਾਰਮ ਲਗਾਈ ਹੈ। ਤਾਂ ਆਓ ਆਪਾਂ ਇਹ ਕਰਦੇ ਹਾਂ ਟੈਂਸ। ਤਾਂ ਐਫਰਮੇਟਿਵ ਸੈਂਟੈਂਸ ਕੀ ਹੈ? ਸ਼ੀ ਵਿਲ ਹੈਵ ਪਲੇਡ। ਹਾਂਜੀ, ਸ਼ੀ ਵਿਲ ਹੈਵ ਪਲੇਡ, ਉਹ ਖੇਡ ਚੁੱਕੀ ਹੋਵੇਗੀ। ਕੀ ਇਹਦੀ ਪੰਜਾਬੀ ਬਣਦੀ? ਉਹ ਖੇਡ ਚੁੱਕੀ ਹੋਵੇਗੀ। ਸ਼ੀ ਵਿਲ ਨੋਟ ਹੈਵ ਪਲੇਡ, ਉਹ ਨਹੀਂ ਖੇਡ ਚੁੱਕੀ ਹੋਵੇਗੀ। ਵਿਲ ਸ਼ੀ ਹੈਵ ਪਲੇਡ, ਕੀ ਉਹ ਖੇਡ ਚੁੱਕੀ ਹੋਵੇਗੀ। ਵਿਲ ਸ਼ੀ ਨੋਟ ਹੈਵ ਪਲੇਡ, ਕੀ ਉਹ ਨਹੀਂ ਖੇਡ ਚੁੱਕੀ ਹੋਵੇਗੀ। ਤਾਂ ਇਹ ਬੇਟੇ ਜਿਹੜੀਆਂ ਇਹਦੀਆਂ ਅਲੱਗ-ਅਲੱਗ ਫਾਰਮਸ ਨੇ। ਇੱਥੇ ਆਪਾਂ ਸ਼ੀ, ਤੁਹਾਨੂੰ ਕਿਹਾ ਸਿਰਫ ਆਈ ਔਰ ਵੀ ਦੇ ਨਾਲ ਆਪਾਂ ਸ਼ੈਲ ਦਾ ਪ੍ਰਯੋਗ ਕਰਨਾ ਹੈ, ਬਾਕੀ ਸਾਰਿਆਂ ਨਾਲ ਆਪਾਂ ਵਿਲ ਦਾ ਪ੍ਰਯੋਗ ਕਰਨਾ ਹੈ। ਔਰ ਉਸ ਤੋਂ ਬਾਅਦ ਜਿਹੜਾ ਹੈਵ ਹੈ ਫਿਰ ਵਰਬ ਦੀ ਤੀਜੀ ਫਾਰਮ ਆਏਗੀ। ਤਾਂ ਬੇਟੇ ਆਪਣੇ ਜਿਹੜੀ ਲਾਸਟ ਫਾਰਮ ਹੈ ਟੈਂਸਸ ਦੀ, ਉਹ ਹੈ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ। ਤਾਂ ਇਹਦੇ ਵਿੱਚ ਬੇਟੇ ਆਪਾਂ ਕੀ ਕਰਦੇ ਹਾਂ? ਸਬਜੈਕਟ ਆਉਂਦਾ ਹੈ, ਸ਼ੈਲ ਵਿਲ ਹੈ, ਨਾਲ ਹੈਵ ਆਏਗਾ, ਔਰ ਜਿਹੜੀ ਇੱਕ ਚੀਜ਼ ਐਡ ਕੀਤੀ ਹੈ ਨਾਲ ਬਿਨ, ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਔਰ ਓਬਜੈਕਟ। ਤਾਂ ਆਓ ਆਪਾਂ ਇਹਦੀਆਂ ਫਾਰਮਸ ਬਾਰੇ ਪੜ੍ਹਦੇ ਹਾਂ। ਪਹਿਲੀ ਅਫਰਮੇਟਿਵ ਹੈ, ਰਾਜ ਵਿਲ ਹੈਵ ਬੀਨ ਪਲੇਇੰਗ ਸਿੰਸ ਮੋਰਨਿੰਗ। ਬੇਟੇ ਤੁਸੀਂ ਐਡ ਕਰਨਾ ਹੀ ਕਰਨਾ ਹੈ ਸਿੰਸ ਮੋਰਨਿੰਗ, ਸਿੰਸ ਈਵਨਿੰਗ। ਤਾਂ ਕੀ ਹੈ? ਰਾਜ ਸਵੇਰ ਤੋਂ ਖੇਡ ਰਿਹਾ ਹੋਵੇਗਾ। ਇਹਦੀ ਪੰਜਾਬੀ ਕੀ ਬਣੇਗੀ? ਰਾਜ ਵਿਲ ਹੈਵ ਬੀਨ ਪਲੇਇੰਗ ਸਿੰਸ ਮੋਰਨਿੰਗ, ਸਵੇਰ ਤੋਂ ਖੇਡ ਰਿਹਾ ਹੋਵੇਗਾ। ਰਾਜ ਵਿਲ ਨੋਟ ਹੈਵ ਬੀਨ ਪਲੇਇੰਗ ਸਿੰਸ ਮੋਰਨਿੰਗ, ਰਾਜ ਸਵੇਰ ਤੋਂ ਨਹੀਂ ਖੇਡ ਰਿਹਾ ਹੋਵੇਗਾ। ਵਿਲ ਰਾਜ ਹੈਵ ਬੀਨ ਪਲੇਇੰਗ,
ਕੀ ਰਾਜ ਸਵੇਰ ਤੋਂ ਖੇਡ ਰਿਹਾ ਹੋਵੇਗਾ। ਵਿਲ ਰਾਜ ਨੋਟ ਹੈਵ ਬੀਨ ਪਲੇਇੰਗ, ਕੀ ਰਾਜ ਸਵੇਰ ਤੋਂ ਨਹੀਂ ਖੇਡ ਰਿਹਾ ਹੋਵੇਗਾ। ਤਾਂ ਬੇਟੇ ਇਹਨਾਂ ਦੇ ਸਾਰੇ ਪਿੱਛੇ ਸਿੰਸ ਮੋਰਨਿੰਗ ਤੁਸੀਂ ਲਗਾਉਣਾ ਹੈ, ਸਿੰਸ ਈਵਨਿੰਗ ਲਗਾਉਣਾ ਹੈ। ਠੀਕ ਹੈ ਬੇਟੇ। ਤਾਂ ਇਹ ਸੀ ਬੇਟੇ ਤੁਹਾਡੇ ਟੈਂਸਸ, ਔਰ ਸਾਰੇ ਬੱਚਿਆਂ ਨੇ ਇਹ ਜਿਹੜੇ ਟੈਂਸ ਨੇ ਇਹਨੂੰ ਬੜੇ ਧਿਆਨ ਨਾਲ ਸੁਣਨਾ ਹੈ। ਔਰ ਇਸ ਤੋਂ ਬਾਅਦ ਜੇ ਤੁਹਾਡੀ ਕੋਈ ਕੁਐਰੀ ਹੈ ਤਾਂ ਪਲੀਜ਼ ਤੁਸੀਂ ਵਟਸਐਪ ਗਰੁੱਪ ਦੇ ਵਿੱਚ ਉਹਨੂੰ ਪਾਓ, ਔਰ ਮੈਂ ਤੁਹਾਡੀ ਕੁਐਰੀ ਜਿਹੜੀ ਹੈ ਉਹ ਕਲੀਅਰ ਕਰਾਂਗਾ। ਥੈਂਕ ਯੂ ਵੈਰੀ ਮੱਚ।